ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਮੋਰਚਾ ਕੀ ਪਾਇਆ ਕੀ ਗਵਾਇਆ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਬਰੂਹਾਂ ਤੇ ਚੱਲ ਰਹੇ ਸੰਘਰਸ਼ ਨੂੰ ਜਿਹੜਾ 4 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸ ਦੌਰਾਨ ਜਿਹੜਾ ਹੈਗਾ ਇਸ ਕਿਸਾਨੀ ਘੋਲ ਨੇ ਕਈ ਤਰ੍ਹਾਂ ਦੇ ਉਤਾਰ ਚੜਾਅ ਜਿਹੜੇ ਹੈਗੇ ਦੇਖੇ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਹ 4 ਮਹੀਨਿਆਂ ਦੇ ਅਰਸੇ 'ਚ ਕਿਸਾਨੀ ਘੋਲ ਨੇ ਕੀ ਖੱਟਿਆ ਤੇ ਕੀ ਗਵਾਇਆ। ਦੇਖੋ, ਮਨੁੱਖੀ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਲੋਕ ਲਹਿਰਾਂ ਚੱਲੀਆਂ ਨੇ ਜੀ, ਚਾਹੇ ਉਹ ਬਸਤੀਵਾਦ ਦਾ ਦੌਰ ਹੋਵੇ ਤੇ ਚਾਹੇ ਆਜ਼ਾਦ ਭਾਰਤ ਦਾ ਸਮਾਂ ਹੋਵੇ, ਜਿਹੜੀ ਹਰ ਲਹਿਰ ਦਾ ਇੱਕ ਆਪਣਾ ਖਾਸਾ ਰਿਹਾ ਹੈਗਾ, ਆਪਣਾ ਇੱਕ ਦਾਇਰਾ ਰਿਹਾ ਹੈ, ਜਾਂ ਪੇ ਕਿ ਹਰ ਲਹਿਰ ਨੇ ਇੱਕ ਆਪਣਾ ਇੰਪੈਕਟ ਪਾਇਆ ਹੈਗਾ। ਜਦੋਂ ਵੀ ਕੋਈ ਮੂਵਮੈਂਟ ਚੱਲਦੀ ਹੈ, ਚਾਹੇ ਕੋਈ ਜਮਾਤੀ ਮੂਵਮੈਂਟ ਹੈ ਤੇ ਚਾਹੇ ਕੋਈ ਕਿਸਾਨ ਘੋਲ ਹੈ, ਕਿਸਾਨ ਅੰਦੋਲਨ ਹੈ, ਜਿੰਨੇ ਵੀ ਅਸੀਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਦੇਖੇ ਹੈ, ਪਗੜੀ ਸੰਭਾਲ ਜੱਟਾ ਜੀ, ਲਹਿਰ ਚੱਲੀ, ਬੜਾ ਲੰਬਾ ਸਮਾਂ ਚੱਲੀ, ਔਰ ਉਹਦੇ ਜਿਹੜੇ ਪ੍ਰਭਾਵ ਹੈ ਉਹ ਵੀ ਲੰਬਾ ਟਾਈਮ ਉਹਨਾਂ ਦਾ ਸੋਸਾਇਟੀ ਦੇ ਉੱਪਰ ਅਸਰ ਸਾਨੂੰ ਦੇਖਣ ਨੂੰ ਮਿਲਿਆ ਹੈਗਾ। ਤਾਂ ਜਿਹੜੀ ਸਾਡੀ ਇਹ ਮੌਜੂਦਾ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਕਿਸਾਨ ਅੰਦੋਲਨ ਖੜਾ ਹੋਇਆ ਹੈ, ਤਾਂ ਉਹਨੂੰ ਅੱਜ ਤਕਰੀਬਨ 27 ਤਰੀਕ ਨੂੰ ਉੱਥੇ ਦਿੱਲੀ ਪਹੁੰਚਿਆ ਸੀ ਤੇ ਉਹਨੇ 4 ਮਹੀਨਿਆਂ ਦਾ ਜਿਹੜਾ ਅਰਸਾ ਹੈਗਾ ਉਹਨੇ ਮੁਕੰਮਲ ਕਰ ਲਿਆ, ਕੰਪਲੀਟ ਕਰ ਲਿਆ ਜੀ। ਔਰ ਇਸ ਟਾਈਮ ਦੇ ਦੌਰਾਨ ਸਾਡੇ ਜਿਹੜਾ ਕਿਸਾਨ ਘੋਲ ਹੈ ਉਹਨੂੰ ਬਹੁਤ ਸਾਰਾ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਦੌਰ ਹੈ ਉਹ ਦੇਖਣਾ ਪਿਆ ਜੀ। ਇਹਨਾਂ ਕਿਸਾਨ ਆਗੂਆਂ ਨੇ ਜਾਂ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਉੱਥੇ ਟਰੈਕਟਰਾਂ ਦੇ ਲੰਬੇ ਕਾਫਲੇ ਵੀ ਦੇਖੇ ਨੇ ਜੀ, ਔਰ ਉਹਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਜਿਹੜੇ ਗੱਡੇ ਹੋਏ ਹਕੂਮਤੀ ਕਿੱਲ ਹੈ ਉਹ ਵੀ ਦੇਖੇ ਨੇ, ਜੀ। ਔਰ ਉਹਨਾਂ ਕਿਸਾਨਾਂ ਨੇ, ਉਹਨਾਂ ਸਟੇਜਾਂ ਨੇ, ਮੀਲਾਂ ਤੱਕ ਲੰਬੇ ਜਿਹੜੇ ਜੁੜੇ ਪੰਡਾਲ ਵੀ ਦੇਖੇ ਨੇ, ਔਰ ਉਹਨਾਂ ਕਿਸਾਨਾਂ ਨੇ ਮੋਰਚੇ 'ਚ ਗਏ ਜਿਹੜੇ ਕਿਸਾਨ ਸੀ ਉਹਨਾਂ ਦੀਆਂ ਲਾਸ਼ਾਂ ਵੀ ਦੇਖੀਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਸਾਡਾ 4 ਮਹੀਨੇ ਦਾ ਟਾਈਮ ਹੈਗਾ ਦਿੱਲੀ ਦੇ ਬਾਰਡਰ 'ਤੇ ਬੈਠਣ ਦਾ, ਇਸ ਦੌਰਾਨ ਸਾਡੇ ਕਈ ਖੱਟੇ ਤਜਰਬੇ ਵੀ ਹੋਏ ਨੇ, ਕਈ ਮਿੱਠੇ ਤਜਰਬੇ ਵੀ ਹੋਏ ਨੇ, ਕਾਫੀ ਕੁਛ ਅਸੀਂ ਖੋਇਆ ਵੀ ਹੈ, ਉਸ ਤੋਂ ਜ਼ਿਆਦਾ ਅਸੀਂ ਪਾਇਆ ਵੀ ਹੈਗਾ। ਆਤਿਸ਼ ਗੱਲ ਇਹ ਹੈ ਕਿ ਇਹ ਕਿਸਾਨ ਘੋਲ ਦਾ ਰਿਜ਼ਲਟ ਹੈ ਉਹ ਕੋਈ ਵੀ ਨਿਕਲੇ, ਪਰ ਬਹੁਤ ਚੀਜ਼ਾਂ ਅਸੀਂ ਇਸ ਕਿਸਾਨ ਦੇ ਘੋਲ ਦੇ ਵਿੱਚ ਹਾਸਲ ਕਰ ਲਈਆਂ ਨੇ ਜਿਹੜੀਆਂ ਅਦਿੱਖ ਨੇ, ਸਾਨੂੰ ਨੰਗੀ ਅੱਖ ਨਾਲ ਦਿਖਦੀਆਂ ਨਹੀਂ, ਪਰ ਉਹ ਅਸੀਂ ਪ੍ਰਾਪਤ ਕਰ ਚੁੱਕੇ ਹਾਂ। ਸਾਨੂੰ ਪਤਾ ਹੈ ਕਿ ਕਿਸਾਨ ਇੱਕ ਸਿਰੜ ਦੇ ਨਾਲ, ਇੱਕ ਸਿਦਕ ਦੇ ਨਾਲ ਉੱਥੇ ਦਿੱਲੀ ਪਹੁੰਚੇ ਹੋਏ ਨੇ ਤੇ ਜ਼ਰੂਰ ਇੱਕ ਦਿਨ ਜਿਹੜਾ ਸਾਡੀ ਭਾਰਤੀ ਹਕੂਮਤ ਹੈ ਉਸ ਨੂੰ ਕਿਸਾਨਾਂ ਦੀ ਮੰਗ ਦੇ ਅੱਗੇ ਝੁਕਣਾ ਪਏਗਾ, ਕਿਉਂਕਿ ਇਹ ਮਸਲਾ ਕਿਸਾਨਾਂ ਦੀ ਰੋਟੀ ਰੋਜ਼ੀ ਨਾਲ ਜੁੜਿਆ ਹੋਇਆ ਹੈ, ਕਿਸਾਨਾਂ ਦੇ ਚੁੱਲ੍ਹਿਆਂ ਨਾਲ ਜੁੜਿਆ ਹੋਇਆ ਹੈ। ਤਾਂ ਮੈਨੂੰ ਆਸ ਹੈ ਕਿ 4 ਮਹੀਨੇ ਦੇ ਜਿਹੜਾ ਇਹ ਘੋਲ ਹੈ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੈਸਨ ਹੈ ਸਾਡੇ ਕਿਸਾਨਾਂ ਨੇ ਉਹ ਹਾਸਲ ਕੀਤੇ ਨੇ, ਜੋ ਅਗਲੀ ਭਵਿੱਖ ਦੀ ਰਣਨੀਤੀ ਲਈ ਇੱਕ ਧੁਰਾ ਬਣੇ ਨੇ, ਇੱਕ ਆਧਾਰ ਬਣੇ ਨੇ। ਤਾਂ ਜਿੱਥੋਂ ਤੱਕ ਆਪਾਂ ਅੱਜ 4 ਮਹੀਨਿਆਂ ਦਾ ਜੇ ਲੇਖਾ ਜੋਖਾ ਕਰੀਏ ਕਿਸਾਨ ਅੰਦੋਲਨ ਦਾ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੋਜ਼ੀਟਿਵ ਪੱਖ ਤੋਂ ਦੇਖੀਏ ਤਾਂ ਬਹੁਤ ਸਾਰੇ ਚੰਗੀਆਂ ਚੀਜ਼ਾਂ ਸਾਨੂੰ ਨਜ਼ਰ ਪੈਂਦੀਆਂ ਨੇ। ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਜਿਹੜੀ ਸਾਨੂੰ ਚੀਜ਼ ਨਹੀਂ ਦਿਖਦੀ ਉਹ ਹੈਗੀ ਕਿ ਸਾਡੀ ਸੁਸਾਇਟੀ ਦੇ ਵਿੱਚ ਇੱਕ ਸਟੈਗਨੇਸ਼ਨ ਆਈ ਹੋਈ ਸੀ। ਬੜੇ ਲੰਮੇ ਅਰਸੇ ਤੋਂ ਕੋਈ ਘੋਲ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਸੀਗਾ, ਕਿਉਂਕਿ ਜਿਹੜੀਆਂ ਮੌਜੂਦਾ ਕਿਸਾਨ ਧਿਰਾਂ ਨੇ, ਜਿਸ ਤਰ੍ਹਾਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਪਗੜੀ ਸੰਭਾਲ ਜੱਟਾ ਦੀ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਆਜ਼ਾਦ ਭਾਰਤ ਦੇ ਵਿੱਚ ਜਿਵੇਂ ਮੁਜ਼ਾਹਰਾ ਲਹਿਰ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਖੁਸ਼ਹੈਸੀਅਤ ਟੈਕਸ ਵਿਰੋਧੀ ਲਹਿਰ ਚੱਲੀ ਸੀ, ਹਰੀ ਕ੍ਰਾਂਤੀ ਦਾ ਦੌਰ ਆਉਂਦਾ ਹੈ, 80 ਦੇ ਦਹਾਕੇ ਦੇ ਵਿੱਚ ਸਾਡੀਆਂ ਨਵੀਆਂ ਕਿਸਾਨ ਯੂਨੀਅਨਾਂ ਬਣਦੀਆਂ ਨੇ। ਇਹ ਉਹੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ 80 ਦੇ ਵਿੱਚ ਜਿਹਦੇ ਭੁਪਿੰਦਰ ਮਾਨ ਹੋ ਰਹੀ ਸੀ, ਰਾਜੇਵਾਲ ਸੀ, ਲੱਖੋਵਾਲ ਸੀ, ਇਹਨਾਂ ਯੂਨੀਅਨਾਂ ਦਾ ਗਠਨ ਕੀਤਾ ਸੀਗਾ। ਇਹਨਾਂ ਨੇ ਵੀ ਇੱਕ ਲੰਬਾ ਅਰਸਾ ਜਿਹੜਾ ਅੰਦੋਲਨਾਂ ਦੇ ਵਿੱਚ ਰਿਹਾ। 84 ਦੇ ਵਿੱਚ ਗਵਰਨਰ ਦਾ ਘਿਰਾਓ, 99 ਦੇ ਵਿੱਚ ਗਵਰਨਰ ਦਾ ਘਿਰਾਓ, ਬੜੇ ਸਫਲ ਜਿਹੜੇ ਘੋਲ ਹੈ ਇਹਨਾਂ ਕਿਸਾਨ ਧਿਰਾਂ ਨੇ ਲੜੇ ਨੇ। ਪਰ ਸਭ ਤੋਂ ਨਿਵੇਕਲਾ ਜਿਹੜਾ ਘੋਲ ਹੈ ਉਹ ਜਿਹੜਾ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਹੈ। ਤਾਂ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸੁਸਾਇਟੀ ਦੇ ਵਿੱਚ ਸਟੈਗਨੇਸ਼ਨ, ਟੁੱਟਣ ਦੀ ਗੱਲ, ਸੁਸਾਇਟੀ ਦੇ ਵਿੱਚ ਇਸ ਜਿਹੜਾ ਕਿਸਾਨ ਘੋਲ ਹੈ ਇਹਨੇ ਹਰਕਤ ਲਿਆਂਦੀ ਹੈ। ਸਾਡੀ ਸੁਸਾਇਟੀ, ਸਾਡਾ ਸਮੁੱਚਾ ਸਮਾਜ ਇੱਕ ਆਪਾਂ ਕਹਿ ਲਈਏ ਜਿਸ ਤਰ੍ਹਾਂ ਸਲੀਪਿੰਗ ਮੋਡ ਦੇ ਵਿੱਚ ਚਲਾ ਗਿਆ ਸੀਗਾ, ਉਹਦੇ ਵਿੱਚ ਕੋਈ ਹਰਕਤਹੀਨ ਹੋ ਗਿਆ ਸੀਗਾ।
ਕਿ ਲੋਕਾਂ ਨੂੰ ਕੋਈ ਲੱਗਦਾ ਨਹੀਂ ਸੀ। ਲੋਕ ਇਹ ਤਾਂ ਛੱਡੋ ਕਿ ਅਸੀਂ ਸੋਸ਼ਲ ਇਸ਼ੂ 'ਤੇ ਬੋਲਾਂਗੇ, ਅਸੀਂ ਦੂਜਿਆਂ ਦੇ ਸੁਸਾਇਟੀ ਦੇ ਜਿਹੜੇ ਮਸਲੇ ਹੈ ਉਹਨਾਂ 'ਤੇ ਆਵਾਜ਼ ਬੁਲੰਦ ਕਰਾਂਗੇ। ਇੰਨਾ ਨਿਘਾਰ ਆ ਗਿਆ ਸੀ, ਇੰਨੀ ਆਵਾਜ਼ ਸਾਡੀ ਦਬ ਗਈ ਸੀ ਕਿ ਅਸੀਂ ਆਪਣੇ ਜਿਹੜੇ ਇੰਡੀਵਿਜੂਅਲ ਇਸ਼ੂ ਨੇ, ਸਾਡੇ ਨਿੱਜੀ ਮਾਮਲੇ ਹੈ, ਅਸੀਂ ਉਹਨਾਂ 'ਤੇ ਵੀ ਚੁੱਪ ਧਾਰ ਲਈ ਸੀ। ਜੀ ਤਾਂ ਇੱਕ ਬਹੁਤ ਵੱਡਾ ਮਸਲਾ ਹੈ ਕਿ ਪੂਰੀ ਸੁਸਾਇਟੀ ਇੱਕ ਆਈਸੋਲੇਸ਼ਨ ਚਲੀ ਗਈ ਸੀ ਔਰ ਇਹ ਕਿਸਾਨ ਘੋਲ ਨੇ ਉਸ ਆਈਸੋਲੇਸ਼ਨ ਨੂੰ ਤੋੜਿਆ ਹੈ। ਜਿਸ ਤਰ੍ਹਾਂ ਕਰੋਨਾ ਦਾ ਦੌਰ ਆਉਂਦਾ ਹੈ, ਜਦੋਂ ਸਾਲ ਪਹਿਲਾਂ ਤੇ ਲੋਕਡਾਊਨ ਲੱਗਦਾ ਹੈ, ਕਰਫਿਊ ਲੱਗਦੇ ਹੈ, ਉਹਦੇ ਨਾਲ ਆਈਸੋਲੇਸ਼ਨ ਹੋਰ ਵੱਧਦੀ ਹੈ। ਪਰ ਮੀਨ ਟਾਈਮ ਸਾਡਾ ਇਹ ਅੰਦੋਲਨ ਚੱਲਦਾ ਹੈ ਤਾਂ ਉਹ ਆਈਸੋਲੇਸ਼ਨ ਨੂੰ ਖਤਮ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਹਦੇ ਇੱਕ ਬੜੇ ਲੰਬੇ ਜਿਹੜੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਣਗੇ। ਸੁਸਾਇਟੀ ਬੜੀ ਐਕਟਿਵ ਰਹੇਗੀ ਆਉਣ ਵਾਲੇ ਟਾਈਮ ਦੇ ਵਿੱਚ, ਇਹਦਾ ਰਿਜ਼ਲਟ ਕੋਈ ਵੀ ਆਵੇ ਸਾਡੇ ਸਾਹਮਣੇ ਕਿਸਾਨ ਘੋਲ ਦਾ। ਇਸ ਤਰ੍ਹਾਂ ਜਿਹੜਾ ਮੱਧ ਵਰਗ ਹੈ ਸੁਸਾਇਟੀ ਦਾ ਅਹਿਮ ਪਾਰਟ ਹੈਗਾ। ਅਸੀਂ ਇਹ ਤਾਂ ਜਾਣਦੇ ਹੀ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਜਿਹੜੀ ਸਾਡੀ ਸੁਸਾਇਟੀ ਦੀ ਅੱਪਰ ਲੇਅਰ ਹੈ ਉਹ ਤਾਂ ਪਹਿਲਾਂ ਹੀ ਕੱਟ ਆਫ ਹੋਈ ਵੀ ਸੀ। ਜਿਹੜੇ ਸਾਡੇ ਡਾਊਨ ਟਰੋਡਨ ਪੀਪਲ ਹੈ, ਹੇਠਲਾ ਤਬਕਾ ਹੈ, ਉਹਨਾਂ ਨਾਲ ਜੁੜੀ ਨਹੀਂ ਸੀ, ਸੋਸ਼ਲ ਮਸਲਿਆਂ ਨਾਲ ਉਸ ਰੂਪ ਦੇ ਵਿੱਚ ਨਹੀਂ ਜੁੜੀ ਹੋਈ ਸੀ। ਤਾਂ ਸਾਡੀ ਜਿਵੇਂ ਹੁਣ ਮੈਂ ਜਦੋਂ ਆਨਾ ਦੇਖਦਾ ਹੈਗਾ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ, ਤਾਂ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਉਹ ਝੰਡੇ ਲੈ ਕੇ ਖੜੀਆਂ ਹੁੰਦੀਆਂ ਨੇ। ਤਾਂ ਜਿਹੜਾ ਮੱਧ ਵਰਗ ਹੈ ਉਹ ਵੀ ਜਾਗਿਆ ਹੈਗਾ। ਨਹੀਂ ਉਹਨਾਂ ਨੂੰ ਲੱਗਦਾ ਸੀ ਕਿ ਜੇ ਕੋਈ ਵੀ ਮਸਲਾ ਉੱਠਦਾ ਸੀ, ਉਹਨੂੰ ਲੱਗਦਾ ਕਿ ਸਾਡੀ ਕਬੀਲਦਾਰੀ ਜਿਹੜੀ ਸਾਡੇ ਪਰਿਵਾਰ ਹੈ ਉਹ ਸਮੂਥਲੀ ਚੱਲ ਰਹੇ ਨੇ, ਅਸੀਂ ਕਿਸੇ ਤੋਂ ਕੀ ਲੈਣਾ। ਹੁਣ ਉਹਨਾਂ ਨੂੰ ਲੱਗਿਆ ਕਿ ਅਗਰ ਖੇਤੀ ਹਿੱਟ ਹੋਏਗੀ, ਅਗਰ ਖੇਤ ਖਤਮ ਹੋਣਗੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਵੀ ਸੱਟ ਵੱਜੇਗੀ। ਜਿਸ ਤਰ੍ਹਾਂ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਉਹ ਮਹਿੰਗਾਈ ਦੀ ਮਾਰ ਉਹ ਤਾਂ ਸਾਰਿਆਂ ਨੂੰ ਪੈਣੀ ਹੈ, ਸਮਾਜ ਦਾ ਕੋਈ ਵੀ ਤਬਕਾ ਉਸ ਤੋਂ ਬਚ ਨਹੀਂ ਸਕਦਾ। ਤਾਂ ਇਹ ਵੀ ਗੱਲ ਹੈ ਜਿਹੜੀ ਮੱਧ ਵਰਗ ਨੂੰ ਵੀ ਜਿਹੜੀ ਜਾਗ ਹੈ ਕਿਸਾਨ ਘੋਲ ਨੇ ਖੋਲ੍ਹੀ ਹੈ, ਇਹ ਵੀ ਇੱਕ ਇੰਪੋਰਟੈਂਟ ਇਸ਼ੂ ਉੱਭਰ ਕੇ ਸਾਡੇ ਸਾਹਮਣੇ ਆਇਆ ਜਿਹਨੂੰ ਅਸੀਂ ਪੋਜ਼ੀਟਿਵ ਤੌਰ 'ਤੇ ਲੈ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਸਾਡੀ ਸੁਸਾਇਟੀ ਦੇ ਵਿੱਚ ਜਿਹੜੀ ਨਿਰਾਸ਼ਾ ਸੀ, ਡਿਪਰੈਸ਼ਨ ਦਾ ਦੌਰ ਚੱਲ ਰਿਹਾ ਸੀ, ਸਾਨੂੰ ਹਰ ਮਸਲੇ 'ਤੇ ਲੱਗਦਾ ਸੀ ਕਿ ਇਹਦਾ ਕੁਝ ਨਹੀਂ ਹੋ ਸਕਦਾ, ਕਿ ਘੋਲਾਂ ਦੇ ਨਾਲ ਕੋਈ, ਜਿੰਨੇ ਵੀ ਅਸੀਂ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰੋਂ ਇੱਕਾ ਦੁੱਕਾ ਦੇਖਦੇ ਸੀਗੇ ਜਾਂ ਦੂਸਰੇ ਤਬਕੇ ਨੇ, ਸਾਨੂੰ ਲੱਗਦਾ ਸੀ ਕਿ ਇਹਦਾ ਕੋਈ ਨਿਕਲਣਾ ਨਹੀਂ, ਕੋਈ ਰਿਜ਼ਲਟ ਨਹੀਂ ਨਿਕਲਣਾ। ਇੱਕ ਸਾਡੇ ਮਨ ਦੇ ਵਿੱਚ ਇਹ ਗੱਲ ਬੈਠੀ ਹੋਈ ਸੀ। ਕਿਸਾਨ ਘੋਲ ਨੇ ਇਹ ਗੱਲ ਸਾਡੀ ਆਸ ਜਗਾ ਦਿੱਤੀ ਹੈ ਕਿ ਨਹੀਂ, ਕਿ ਸੰਘਰਸ਼ਾਂ ਦੇ ਜ਼ਰੀਏ, ਘੋਲਾਂ ਦੇ ਜ਼ਰੀਏ ਜਿਹੜੇ ਬਹੁਤ ਸਾਰੇ ਮਸਲੇ ਆ ਜਿਹੜੇ ਹੱਲ ਕਰਾਏ ਜਾ ਸਕਦੇ ਆ। ਨਹੀਂ, ਸਾਡੀ ਪੂਰੀ ਦੀ ਪੂਰੀ ਟੇਕ ਹੈ ਸਾਡੇ ਲੋਕਾਂ ਦੀ, ਸਮਾਜ ਦਾ ਚਾਹੇ ਕੋਈ ਵੀ ਤਬਕਾ ਹੈ, ਉਹ ਲੀਡਰਾਂ ਤੇ ਸੀ, ਹਕੂਮਤ ਤੇ ਸੀ। ਸਾਨੂੰ ਲੱਗਦਾ ਸੀ ਕਿ ਹਰ ਛੋਟਾ ਵੱਡਾ ਮਸਲਾ ਜਿਹੜਾ ਹੱਲ ਕਰਨ ਦੀ ਜਿਹੜੀ ਪਾਵਰ ਹੈ ਉਹ ਸਾਡੀ ਹਕੂਮਤ ਕੋਲ ਹੈ। ਅਸੀਂ ਕੋਈ ਕਿਸੇ ਪਾਰਟੀ ਨਾਲ ਜੁੜ ਜਾਂਦਾ ਸੀ, ਕੋਈ ਕਿਸੇ ਪਾਰਟੀ ਨਾਲ ਜੁੜ ਜਾਂਦਾ ਸੀਗਾ, ਪਰ ਇਸ ਘੋਲ ਨੇ ਇਹ ਗੱਲ ਚੰਗੀ ਉਮੀਦ ਬੱਝੀ ਹੈ। ਸਾਨੂੰ ਲੱਗਦਾ ਕਿ ਨਹੀਂ, ਅਗਰ ਲੋਕਾਂ ਦੀ ਤਾਕਤ, ਲੋਕ ਆਪਣੀ ਤਾਕਤ ਨੂੰ ਆਇਡੈਂਟੀਫਾਈ ਕਰ ਲੈਣ ਤਾਂ ਆਇਡੈਂਟੀਫਾਈ ਕੀਤੀ ਹੈ ਤਾਕਤ, ਲੋਕਾਂ ਨੂੰ ਲੱਗਿਆ ਕਿ ਜੇ ਅਸੀਂ ਇਕੱਠੇ ਹੋ ਕੇ ਲੜਾਈ ਲੜਾਂਗੇ ਤਾਂ ਇੱਦਾਂ ਵੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਨੂੰ ਜਿਹੜਾ ਇਸ ਘੋਲ ਦਾ ਹੋਰ ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ ਬਾਹਰੀ ਤੌਰ 'ਤੇ, ਤਾਂ ਉਹ ਇਹ ਵੀ ਲੱਗਦਾ ਕਿ ਇੱਕ ਕਲਚਰਲ ਚੇਂਜ ਵੀ ਸਾਡੀ ਵੱਡੀ ਸੁਸਾਇਟੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਹੈ। ਜਿਸ ਤਰ੍ਹਾਂ ਸਾਡਾ ਤਾਂ ਜਿਹੜਾ ਸਾਡੀ ਪਰੰਪਰਾ ਕਹਿ ਲਈਏ ਜਾਂ ਸਾਡਾ ਵਿਰਸਾ ਕਹਿ ਲਈਏ, ਉਹ ਤਾਂ ਰਿਹਾ ਹੀ ਨਾਬਰੀ ਵਾਲਾ ਹੈਗਾ, ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈ ਪੰਜਾਬ ਦਾ ਬੜਾ ਵਿਸ਼ਾਲ ਹੈਗਾ। ਸਾਡੇ ਕੋਲੇ ਕਹਿ ਲਈਏ ਆਪਾਂ ਠੰਡੇ ਬੁਰਜ ਦਾ ਇਤਿਹਾਸ ਵੀ ਹੈ, ਸਾਡੇ ਕੋਲ ਤੱਤੀਆਂ ਤਵੀਆਂ ਦਾ ਇਤਿਹਾਸ ਵੀ ਹੈ, ਸਾਡੇ ਕੋਲੇ ਇਹ ਕਾਲੇ ਪਾਣੀਆਂ ਦਾ ਇਤਿਹਾਸ ਵੀ ਹੈ, ਸਾਡੇ ਕੋਲੇ ਫਾਂਸੀ ਦੇ ਰੱਸਿਆਂ ਦਾ ਇਤਿਹਾਸ ਵੀ ਹੈਗਾ। ਇਹ ਚੀਜ਼ਾਂ ਸਾਨੂੰ ਠੁੰਮਣਾ ਦਿੰਦੀਆਂ, ਸਾਨੂੰ ਬੂਸਟ ਕਰਦੀਆਂ ਨੇ। ਤਾਂ ਇਹ ਸੁਸਾਇਟੀ ਦੇ ਵਿੱਚ ਕਈ ਚੀਜ਼ਾਂ ਅਸੀਂ ਇਸ ਘੋਲ ਦੇ ਜ਼ਰੀਏ, ਜਿਸ ਤਰ੍ਹਾਂ ਔਰਤ ਦੀ ਤਾਕਤ ਹੈ, ਇੱਕ ਵੱਡਾ ਸਾਡੇ ਕੋਲੇ ਆਈਕੋਨ ਬਣੀ ਹੈਗੀ ਹੈ। ਅਸੀਂ ਨਾਰਮਲੀ ਸੁਸਾਇਟੀ ਦੇ ਵਿੱਚ ਉਸ ਰੂਪ ਦੇ ਵਿੱਚ ਔਰਤ ਦੀ ਜਿਹੜੀ ਸਤਿਕਾਰ ਨਹੀਂ ਸੀ ਦਿੰਦੇ, ਉਹਦੀ ਜਿਹੜੀ ਤਾਕਤ ਹੈ ਉਸ ਨੂੰ ਅਸੀਂ ਉਹਦੀ ਸ਼ਨਾਖਤ ਨਹੀਂ ਸੀ ਕੀਤੀ। ਪਰ ਇਹਦੇ ਨਾਲ ਕੀ ਹੈ ਕਿ ਇਹ ਕਿਸਾਨ ਘੋਲ ਦੇ ਨਾਲ ਜਿਹੜੀ ਔਰਤ ਹੈ ਉਹ ਕੀ ਆਈ ਹੈ, ਮੁੱਖ ਧਾਰਾ ਦੇ ਵਿੱਚ ਪਰਤੀ ਹੈਗੀ ਹੈ। ਅਸੀਂ ਔਰਤ ਨੂੰ ਸਿਰਫ ਰਿਸਪੈਕਟ ਹੀ ਨਹੀਂ ਦਿੱਤੀ ਇਸ ਘੋਲ ਦੇ ਵਿੱਚ, ਅਸੀਂ ਔਰਤ ਨੂੰ ਅਗਲੀ ਸਫਾ ਦੇ ਵਿੱਚ ਲੈ ਕੇ ਆਏ ਹਾਂ, ਉਹਨੂੰ ਮੋਹਰੀ ਸਫਾ ਦੇ ਵਿੱਚ ਲੈ ਕੇ ਆਏ ਹਾਂ। ਤੁਸੀਂ ਦੇਖਿਆ ਹੋਵੇਗਾ ਕਿ 8 ਮਾਰਚ ਦੇ ਜਿਹੜੇ ਕੌਮਾਂਤਰੀ ਮਹਿਲਾ ਦਿਵਸ ਸੀ, ਉਸ 'ਤੇ ਸਾਰੇ ਟਿੱਕਰੂ ਔਰ ਸਿੰਘੂ ਬਾਰਡਰ 'ਤੇ ਜਾਂ ਗਾਜੀਪੁਰ ਬਾਰਡਰ 'ਤੇ ਜਿਹੜੀਆਂ ਔਰਤਾਂ ਨੇ ਸਟੇਜਾਂ ਸੰਭਾਲੀਆਂ ਸੀ, ਔਰਤ ਲਾਈਮਲਾਈਟ 'ਚ ਆਈ ਹੈ। ਔਰਤ ਨੇ ਵੀ ਬਰੋਬਰ ਮੋਢਾ ਲਾਇਆ, ਔਰਤ ਨੇ ਆਪਣੀ ਤਾਕਤ ਦਿਖਾਈ ਹੈ। ਬਹੁਤ ਸਾਰੇ ਔਰਤਾਂ ਦੇ ਜਥੇ ਇੰਡੀਪੈਂਡੈਂਟ ਕਪੈਸਿਟੀ ਦੇ ਵਿੱਚ ਸਿੰਘੂ ਔਰ ਟਿੱਕਰੀ ਬਾਰਡਰ 'ਤੇ ਜਾਂਦੇ ਰਹੇ ਨੇ, ਔਰਤਾਂ ਦੇ ਇਕੱਠ ਹੁੰਦੇ ਰਹੇ ਨੇ, ਨਵੀਆਂ ਔਰਤ ਲੀਡਰਸ਼ਿਪ ਪੈਦਾ ਹੋਈ ਹੈ ਨਵੀਂ। ਔਰਤਾਂ ਨੇ ਇਕੱਲਾ ਸਿੰਘੂ ਔਰ ਟਿੱਕਰੀ 'ਤੇ ਨਹੀਂ ਭੂਮਿਕਾ ਨਿਭਾਈ, ਔਰਤਾਂ ਨੇ ਆਤਿਸ਼ ਜੇ ਦੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ ਵੀ ਨਿਭਾਈ ਹੈ। ਜਦੋਂ ਸਾਰੇ ਪੁਰਸ਼ ਦਿੱਲੀ ਦੀਆਂ ਬਾਰਡਰ 'ਤੇ ਬੈਠੇ ਨੇ ਤਾਂ ਪਿੱਛੇ ਸਾਰੀ ਕਬੀਲਦਾਰੀ ਚਲਾਈ ਹੈ ਜਿਹੜੀ ਔਰਤਾਂ ਨੇ ਚਲਾਈ ਹੈ। ਉਹਨਾਂ ਦੀ ਖੇਤਾਂ ਦੀ ਸਾਂਭ ਸੰਭਾਲ, ਕਿੰਨੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲੀਆਂ ਕਿ ਔਰਤਾਂ ਖੇਤਾਂ ਦੇ ਵਿੱਚ ਪਾਣੀ ਲਾ ਰਹੀਆਂ ਨੇ, ਖੇਤਾਂ ਦੇ ਵਿੱਚ ਖਾਦ ਪਾ ਰਹੀਆਂ ਨੇ। ਇਸ ਤੋਂ ਇਲਾਵਾ ਜਿਹੜੀ ਮੁਲਾਜ਼ਮ ਤਬਕਾ ਹੈ, ਖਾਸ ਕਰਕੇ ਮਹਿਲਾ ਜਿਹੜੇ ਮੁਲਾਜ਼ਮ ਹੈਗੀਆਂ ਨੇ, ਉਹ ਆਪਣੇ ਜਥੇ ਬਣਾ ਕੇ ਛੁੱਟੀਆਂ ਦੇ ਵਿੱਚ ਇਸ ਵਾਰ ਪਹਾੜਾਂ 'ਤੇ ਨਹੀਂ ਗਈਆਂ, ਉਹ ਵੀ ਉੱਥੇ ਗਈਆਂ। ਪਹਿਲੀ ਵਾਰ ਹੈ ਕਿ ਕਿਸਾਨ ਘੋਲ ਨੇ
ਉਹਨਾਂ ਨੂੰ ਮੂਹਰਲੀ ਸਫਾ ਦੇ ਵਿੱਚ ਲਿਆਂਦਾ ਹੈਗਾ। ਔਰ ਸਾਡਾ ਸੁਸਾਇਟੀ ਦਾ ਇੱਕ ਨਜ਼ਰੀਆ ਚੇਂਜ ਹੋਇਆ ਹੈ ਔਰਤ ਪ੍ਰਤੀ, ਕਿ ਔਰਤ ਵੀ, ਜੇ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਨਾ ਸਿਰਫ ਕਿ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈਗੀ, ਅਸੀਂ ਉਹਦਾ ਹਕੀਕੀ ਰੂਪ ਇਹ ਕਿਸਾਨ ਘੋਲ ਦੇ ਵਿੱਚ ਦੇਖਿਆ ਹੈਗਾ। ਇਸੇ ਤਰ੍ਹਾਂ ਇਸ ਘੋਲ ਨੂੰ ਅਸੀਂ ਪਹਿਲਾਂ ਜਮਾਤੀ ਘੋਲ ਦੇ ਤੌਰ ਤੇ ਵੀ ਦੇਖ ਲੈਂਦੇ ਸੀ ਕਿ ਨਾਰਮਲੀ ਜਦੋਂ ਕਿਸਾਨ ਘੋਲ ਚੱਲਦਾ ਸੀ ਸਾਨੂੰ ਇਹ ਲੱਗਦਾ ਸੀ ਕਿ ਤਾਂ ਜੱਟਾਂ ਦਾ ਅੰਦੋਲਨ ਹੈਗਾ, ਨਾਰਮਲੀ ਇਸ ਤਰ੍ਹਾਂ ਦੇਖਿਆ ਜਾਂਦਾ ਸੀ। ਪਰ ਇਹ ਕਿਸਾਨ ਅੰਦੋਲਨ ਨੇ ਇਹ ਗੱਲ ਨੂੰ ਵੀ ਭੰਨਿਆ ਹੈਗਾ। ਹੁਣ ਇਹਦੇ ਨਾਲ ਹਰ ਤਬਕਾ ਜੁੜੇ, ਇਹਦਾ ਨੰਗੇ ਚਿੱਟੇ ਰੂਪ ਦੇ ਵਿੱਚ ਹੈਗੀ ਹੈ ਗੱਲ ਕਿ ਇਹ ਜਨ ਅੰਦੋਲਨ ਹੈ। ਹੁਣ ਕਿਸੇ ਇੱਕ ਤਬਕੇ ਦਾ ਅੰਦੋਲਨ ਨਹੀਂ ਹੈਗਾ, ਕਿਉਂਕਿ ਰੋਟੀ ਤਾਂ ਹਰ ਕਿਸੇ ਦੀ ਲੋੜ ਹੈ, ਹਰ ਕਿਸੇ ਦੀ ਨੀਡ ਹੈਗੀ ਹੈ। ਤਾਂ ਇਹ ਜਨ ਅੰਦੋਲਨ ਬਣ ਕਰਕੇ ਜਿਹੜਾ ਦਲਿਤਾਂ ਪ੍ਰਤੀ ਸਾਡਾ ਬਣਿਆ ਹੋਇਆ ਸੀ ਇੱਕ ਐਟੀਚਿਊਡ, ਜਾਂ ਪਹਿਲਾਂ ਦਲਿਤਾਂ ਦੀ ਜਥੇਬੰਦੀਆਂ ਹੁੰਦੀਆਂ ਸੀ ਉਹ 'ਚ ਕਿਸਾਨ ਨਹੀਂ ਸੀ ਐਂਟਰ ਕਰਦੇ, ਜਾਂ ਇੱਕ ਦੋ ਧਿਰਾਂ ਸੀ ਜਿਹੜੀਆਂ ਸਾਂਝੇ ਤੌਰ ਤੇ ਚਲਾਉਂਦੀਆਂ ਸੀ। ਜੱਟ ਔਰ ਸੀਰੀ ਦੀ ਇੱਕ ਸਾਂਝ ਦਾ ਜਿਹੜਾ ਕਨਸੈਪਟ ਸੀ ਉਹ ਵੀ ਅੱਗੇ ਉਹਨੂੰ ਵੀ ਅੱਗੇ ਇੱਕ ਕਦਮ ਵਧਿਆ ਹੈਗਾ। ਜਿਵੇਂ ਸ਼੍ਰੀ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਉਣਾ, ਤੇ ਹੁਣ ਮੈਨੂੰ ਪਤਾ ਲੱਗੇ ਕਿ ਜਿਹੜੇ 14 ਅਪ੍ਰੈਲ ਆ ਰਹੀ ਹੈ ਸਾਡੇ ਅੰਬੇਦਕਰ ਜੀ ਦਾ ਜਨਮ ਦਿਹਾੜਾ ਹੈਗਾ, ਉਹ ਕਿਸਾਨ ਧਿਰਾਂ ਮਨਾਉਂਦੀਆਂ ਨੇ। ਜਾਂ ਸਾਡੇ ਜਿਹੜੇ ਬਹੁਤ ਸਾਰੇ ਰਿਜਿਡ ਸੀ, ਸਾਡੇ ਕਿਸਾਨ ਨੇਤਾ ਸੀ ਵਿਚਾਰਧਾਰਕ ਤੌਰ ਤੇ, ਉਹ ਵੀ ਮੜੇ ਪੋਲੇ ਪਏ ਨੇ, ਉਹ ਵੀ ਪਤਲੇ ਪਏ ਨੇ, ਉਹ ਵੀ ਨੇੜੇ ਆਏ ਨੇ। ਤਾਂ ਇਸ ਕਿਸਮ ਦੇ ਸਾਨੂੰ ਰੂਪ ਹੈ ਜਿਹੜੇ ਜੇ ਕਲਚਰ ਦੇ ਐਂਗਰ ਤੋਂ ਉਹ ਦੇਖਣ ਨੂੰ ਕਿਸਾਨ ਘੋਲ ਦੇ ਵਿੱਚ ਮਿਲੇ ਨੇ। ਇਸ ਤਰ੍ਹਾਂ ਇਸ ਤੋਂ ਅੱਗੇ ਜਾ ਕੇ ਦੇਖੀਏ ਕਿ ਜਿਸ ਤਰ੍ਹਾਂ ਇਹ ਸਾਰੇ ਭਲੀ ਭਾਂਤ ਜਾਣੂ ਨੇ ਕਿ ਜਿਹੜਾ ਅੰਦੋਲਨ ਹੈ ਹੁਣ ਇਹ ਪੰਜਾਬ ਦਾ ਅੰਦੋਲਨ ਜਾਂ ਇੰਡੀਅਨ ਦਾ ਅੰਦੋਲਨ ਨਹੀਂ ਰਿਹਾ, ਇਹਦਾ ਇੰਟਰਨੈਸ਼ਨਲ ਕਰੈਕਟਰ ਬਣ ਗਿਆ ਹੈਗਾ ਇੱਕ ਤਰੀਕੇ ਨਾਲ। ਇਸ ਦੇ ਦੌਰਾਨ ਜਿਹੜੇ ਬਹੁਤ ਸਾਰੇ ਕ੍ਰੀਏਟਿਵ ਵਰਕ ਹੈ ਜਿਹੜਾ ਉਹਨੇ ਵੀ ਜਨਮ ਲਿਆ ਹੈਗਾ। ਅਸੀਂ ਬਹੁਤ ਸਾਰੇ ਗਾਣੇ ਸੁਣਦੇ ਹਾਂ, ਦੇਖੋ ਗਾਣਿਆਂ ਦਾ ਜਿਹੜਾ ਮੁਹਾਂਦਰ ਹੈ ਜਾਂ ਤਸੀਰ ਹੈ ਉਹ ਚੇਂਜ ਹੋ ਗਈ ਹੈ। ਸਾਡੇ ਜਿਹੜੇ ਗਾਇਕ ਹੈ, ਚਾਹੇ ਕੋਈ ਵੀ ਹੈਗੇ ਹੈ, ਚਾਹੇ ਫਿਲਮੀ ਕੋਈ ਐਕਟਰ ਹੈਗਾ, ਉਸ ਤਰ੍ਹਾਂ ਦੀਆਂ ਡਾਕੂਮੈਂਟਰੀਆਂ ਬਣਨੀਆਂ ਸ਼ੁਰੂ ਹੋ ਗਈਆਂ। ਤੁਸੀਂ ਦੇਖੋਗੇ ਕਿ ਆਉਣ ਵਾਲੇ ਦੌਰ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਇਸ ਕੰਸੈਪਟ ਨੂੰ ਲੈ ਕੇ ਬਣਨਗੀਆਂ ਖੁੱਲ੍ਹੇ ਰੂਪ ਦੇ ਵਿੱਚ, ਜਦੋਂ ਵੀ ਇਹ ਅੰਦੋਲਨ ਖਤਮ ਹੁੰਦਾ ਹੈਗਾ। ਤੇ ਗਾਇਕਾਂ ਨੇ ਉਸ ਤਰ੍ਹਾਂ ਦੀ ਸੁਰ ਲਾਉਣੀ ਸ਼ੁਰੂ ਕਰ ਦਿੱਤੀ ਹੈ, ਔਰ ਗਾਇਕਾਂ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਇਸ ਅੰਦੋਲਨ ਦੇ ਵਿੱਚ ਰਿਹਾ ਹੈਗਾ। ਔਰ ਜਿਹੜੀ ਵੱਡੀ ਗੱਲ ਸਾਨੂੰ ਦਿਖਦੀ ਨਹੀਂ ਹੈਗੀ ਹੈ ਉਹ ਇਹ ਹੈ ਕਿ ਕਿਸਾਨ ਅੰਦੋਲਨ ਨੇ ਬਹੁਤ ਸਾਰੇ ਜਿਹੜੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਇੱਕ ਰਿਸਰਚ ਦੇ ਜਿਹੜੇ ਰਸਤੇ ਵੀ ਖੋਲ੍ਹਤੇ ਨੇ। ਜਿਵੇਂ ਯੂਰਪ ਦੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੰਟੈਲੈਕਚੁਅਲ ਹੈਗੇ ਨੇ, ਉਹਨਾਂ ਨੇ ਇਸ ਘੋਲ ਤੋਂ ਸੇਧ ਲੈ ਕੇ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੀ ਜਾਂ ਇੰਡੀਆ ਦੀ ਖੇਤੀ ਦੇ ਵਿੱਚ ਇਸ ਕਿਸਮ ਦੇ ਜਿਹੜੇ ਸੰਕਟ ਬਣੇ ਹੋਏ ਨੇ, ਤਾਂ ਉਹਨਾਂ ਨੇ ਆਪਣੇ ਜਿਹੜੇ ਕਦੇ ਦੇਖੇ ਨਹੀਂ ਸੀਗੇ ਸੰਕਟ, ਆਪਣੀ ਖੇਤੀ ਦੇ ਸੰਕਟਾਂ ਨੂੰ ਕਦੇ ਝਾਤ ਨਹੀਂ ਸੀ ਮਾਰੀ ਉਸ ਰੂਪ ਦੇ ਵਿੱਚ, ਉਹਨਾਂ ਨੂੰ ਜਿਹੜਾ ਛਾਨਣਾ ਸ਼ੁਰੂ ਕਰ ਦਿੱਤਾ ਹੈਗਾ। ਉਹ 'ਤੇ ਨਵੀਂ ਰਿਸਰਚ ਸ਼ੁਰੂ ਹੋ ਗਈ ਹੈ, ਨਵੀਂ ਸਟੱਡੀ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਦੀ ਸਾਨੂੰ ਕ੍ਰੀਏਟਿਵ ਵਰਕ ਬਹੁਤ ਸਾਰੇ ਲੋਕ ਆ ਜਿਹੜੇ, ਜਿਵੇਂ ਛੁਪੇ ਰਿਸਤਮ ਆਪਾਂ ਕਹਿ ਦਈਏ ਕਿ ਕਦੇ ਸਟੇਜਾਂ 'ਤੇ ਬੋਲੇ ਨਹੀਂ ਸੀ, ਬਹੁਤ ਸਾਰੀ ਲੀਡਰਸ਼ਿਪ ਇਸ ਕਿਸਮ ਦੀ ਨਵੀਂ ਪੈਦਾ ਹੋ ਗਈ ਹੈ। ਇਸ ਤਰ੍ਹਾਂ ਲੀਡਰਾਂ ਦਾ ਜਿਹੜਾ ਸੁਭਾਅ ਹੈ ਉਹਦੇ ਵਿੱਚ ਸਾਨੂੰ ਬਹੁਤ ਸਾਰੀ ਤਬਦੀਲੀ ਦੇਖਣ ਨੂੰ ਮਿਲੀ ਹੈਗੀ ਹੈ। ਤਾਂ ਇੱਕੋ ਸਟੇਜ ਦੇ ਉੱਪਰ ਸਿੰਘੂ ਦੀ ਹੈ, ਚਾਹੇ ਉਹ ਟਿੱਕਰੀ ਦੀ ਹੈ, ਚਾਹੇ ਗਾਜੀਪੁਰ ਦੀ ਹੈ, ਨਾਸਤਿਕ ਵੀ ਸੰਬੋਧਨ ਕਰ ਰਿਹਾ ਹੈ, ਆਸਤਿਕ ਵੀ ਸੰਬੋਧਨ ਕਰ ਰਿਹਾ ਹੈ, ਉੱਤਰ ਤੇ ਦੱਖਣ ਵੀ ਹੈ ਜਿਹੜੇ ਜੋਟੀ ਪਾ ਕੇ ਚੱਲ ਰਹੇ ਨੇ। ਉਹਨਾਂ ਨੇ ਜਿਹੜੇ ਬਖਰੇਵੇਂ ਸੀ ਲੀਡਰਸ਼ਿਪ ਦੇ ਵਿੱਚ ਉਹ ਵੀ ਘਟੇ ਨੇ ਪਹਿਲਾਂ ਨਾਲੋਂ। ਇਸ ਤੋਂ ਇਲਾਵਾ ਇਹ ਲੀਡਰਸ਼ਿਪ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਇਹ ਜਿਵੇਂ ਰੁਲਦੂ ਸਿੰਘ ਮਾਨਸਾ ਹੈਗਾ, ਰਾਜੇਵਾਲ ਹੈ, ਅਸੀਂ ਦੇਖਦੇ ਰਹੇ ਹਾਂ, ਉਗਰਾਹਾਂ ਹੈਗਾ ਇਹਨਾਂ, ਜਾਂ ਬੂਟਾ ਸਿੰਘ ਬੁਰਜ਼ਗਿੱਲ ਹੈਗੇ, ਸਾਰੇ ਆਗੂ ਆ ਜਿਹੜੇ ਅਸੀਂ ਦੇਖਦੇ ਰਹੇ ਹਾਂ। ਸਾਨੂੰ ਇਹ ਨੋਰਮਲ ਲੱਗਦੇ ਸੀਗੇ। ਹੁਣ ਜਦੋਂ ਇਹਨਾਂ ਨੇ ਏਡੀ ਵੱਡੀ ਲੜਾਈ ਲੜੀ ਹੈ ਇੱਕ ਜਾਬਤੇ 'ਚ ਰਹਿ ਕੇ, ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ, ਜਿਹੜੀ ਅੱਛੀ ਸਾਨੂੰ ਲੀਡਰਸ਼ਿਪ ਦਿੱਤੀ ਹੈਗੀ ਹੈ, ਤਾਂ ਸਾਨੂੰ ਇਹ ਇੱਕ ਹੀਰੋ ਲੱਗਣ ਲੱਗੇ ਨੇ। ਸਾਡੀ ਜਿਹੜੀ ਜ਼ਬਾਨੀ ਹੈਗੀ ਹੈ, ਸਾਡੇ ਨੌਜਵਾਨ ਹੈ, ਉਹਨਾਂ ਨੂੰ ਹੁਣ ਤੱਕ ਇਹ ਲੱਗਦਾ ਸੀ ਕਿ ਜਿਹੜੇ ਸਾਡੇ ਹੀਰੋ ਹੈ, ਜਿਨ੍ਹਾਂ ਦੇ ਕੰਨਾਂ 'ਚ ਮੁੰਦਰਾਂ ਪਾਈਆਂ, ਜਿਨ੍ਹਾਂ ਦੇ ਬਾਲ ਖੜੇ ਨੇ, ਉਸ ਕਿਸਮ ਨੂੰ ਆਪਣਾ ਹੀਰੋ ਮੰਨਦੀ ਸੀ। ਹੁਣ ਉਹਨਾਂ ਨੂੰ ਲੱਗਦਾ ਕਿ ਜਿਹੜੇ ਸੁਸਾਇਟੀ ਦੇ ਰੀਅਲ ਹੀਰੋ ਹੈ ਉਹ ਇੱਕ ਕਿਸਾਨ ਨੇਤਾ ਹੈਗੇ ਨੇ। ਤਾਂ ਸਾਡੇ ਜਿਹੜੀ ਜਵਾਨੀ ਆ, ਸਾਡੇ ਨੌਜਵਾਨ ਹੈ, ਉਹਨਾਂ ਨੂੰ ਰੋਲ ਮਾਡਲ ਵੀ ਮਿਲੇ ਨੇ। ਅਸੀਂ ਕਿੰਨਾ ਕੁ ਟਾਈਮ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਾਂ ਹਮੇਸ਼ਾ, ਇਹਦਾ ਮਤਲਬ ਉਸ ਤੋਂ ਬਾਅਦ ਸਾਡੇ ਕੋਲ ਕੋਈ ਰੋਲ ਮਾਡਲ ਨਹੀਂ ਹੈ। ਉਹਨਾਂ ਤਾਂ ਸੇਧ ਦਿੰਦੇ ਰਹਿਣਗੇ ਹਮੇਸ਼ਾ ਸਾਨੂੰ, ਪਰ ਸਾਡੇ ਕੋਲ ਨਵੇਂ ਰੋਲ ਮਾਡਲ ਆ ਜਿਹੜੇ ਉਹ ਵੀ ਪੈਦਾ ਹੋਏ ਸੁਸਾਇਟੀ ਦੇ ਵਿੱਚ। ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ, ਜਿਵੇਂ ਆਪਾਂ ਨਾਰਮਲੀ ਇਹ ਤਾਂ ਕਹਿੰਦੇ ਸੀ ਕਿ ਪੂੰਜੀਵਾਦ ਯੁੱਗ ਦੀ ਵੱਡੀ ਮਾਰ ਹੈ ਜਿਹੜੀ ਸਾਨੂੰ ਝੱਲਣੀ ਪੈਣੀ ਆ ਆਉਣ ਵਾਲੇ ਟਾਈਮ ਦੇ ਵਿੱਚ, ਉਹਦਾ ਰੰਗ ਹੈ ਸਾਨੂੰ ਖੇਤੀ ਕਾਨੂੰਨਾਂ ਦੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਕਾਰਪੋਰੇਟ ਪ੍ਰਤੀ ਇੱਕ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਵਾਂ ਚੈਪਟਰ ਹੈ ਜਿਹੜਾ ਉਹ ਲਿਖਿਆ ਗਿਆ, ਪੱਕੇ ਤੌਰ ਤੇ ਲਿਖਿਆ ਗਿਆ। ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਆਇਡੈਂਟੀਫਾਈ ਕਰ ਲਿਆ ਕਿ ਸਾਡੇ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀ ਜਿਹੜੀ ਦੁਸ਼ਮਣ ਹੈਗੇ ਨੇ ਉਹ ਕਾਰਪੋਰੇਟ ਜਗਤ ਹੈਗਾ, ਜਿਹਨੇ ਆਪਣੇ ਮੁਨਾਫੇ ਦੀ ਜਿਹੜੀ ਖੱਟੀ ਹੈ, ਜਿਹੜੀ ਉਹ ਹੱਟੀ ਖੋਲ੍ਹਣੀ ਹੈ ਉਸ ਚੀਜ਼ ਦੀ ਹੈਗੀ ਹੈ। ਇਹਦੇ ਨਾਲ ਕੀ ਹੈ ਕਿ ਇਕੱਲਾ ਅਸੀਂ ਕਿਸਾਨ ਘੋਲ ਨੇ ਇਕੱਲੀ ਕਾਰਪੋਰੇਟ ਜਿਹੜਾ ਇੰਡੀਆ ਦਾ ਉਹਨੂੰ ਚੁਣੌਤੀ ਨਹੀਂ ਦਿੱਤੀ, ਅਸੀਂ ਵਰਲਡ ਲੈਵਲ ਦੇ ਕਾਰਪੋਰੇਟ ਨੂੰ ਚੁਣੌਤੀ ਦਿੱਤੀ ਹੈ। ਦੇਖੋ ਸਾਂਝਾਂ ਜਿਹੜੀਆਂ ਕਾਰਪੋਰੇਟ ਦੀਆਂ ਉਹ ਤਾਂ ਹਮੇਸ਼ਾ ਬਣੀਆਂ ਰਹਿੰਦੀਆਂ, ਜਿਹੜੀਆਂ MNCs ਹੈਗੀਆਂ ਸਾਰੇ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਨੇ, ਤਾਂ ਉਹ ਵੀ ਆਪਣੀ ਚਾਲ ਹੈ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਹੋਰ ਬਹੁਤ ਸਾਰੇ ਫੈਕਟਰ ਹੈ, ਆਪਣੇ ਕੋਲ ਸਮਾਂ ਘੱਟ ਹੈਗਾ
ਤੇ ਜਿਨ੍ਹਾਂ ਨੇ ਆਪਣੇ ਪੋਜ਼ਿਟਿਵ ਆ ਜਿਹੜੇ ਇੰਪੈਕਟ ਛੱਡੇ ਨੇ। ਜੀ, ਇਹ ਚਰਨਜੀਤ ਜੀ, ਇਹ ਤਾਂ ਉਹ ਸੀਗੀ ਵੀ ਕਿ ਜਿਹੜਾ ਅਸੀਂ ਕਿਸਾਨੀ ਘੋਲ ਦੇ ਵਿੱਚ ਅਧਿਕ ਪ੍ਰਭਾਵ ਸੀ ਜਿਹੜੇ ਕਿ ਲੋਕਾਂ ਨੂੰ ਹੁਣ ਤੱਕ ਦਿਖਾਈ ਨਹੀਂ ਦਿੱਤੇ। ਅਸੀਂ ਜਾਣਨਾ ਚਾਹਾਂਗੇ ਕਿਸਾਨੀ ਘੋਲ 'ਚ ਇਹੋ ਜਿਹੀ ਕਿਹੜੇ ਸਮਾਜਿਕ ਅਸਰ ਜਿਹੜੇ ਹੈਗੇ ਸਾਨੂੰ ਦੇਖਣ ਨੂੰ ਮਿਲੇ ਜਿਹੜੇ ਕਿ ਮੁੱਖ ਤੌਰ ਤੇ ਦਿਖਾਈ ਦੇ ਰਹੇ ਨੇ। ਦੇਖੋ, ਕੁਝ ਗੱਲਾਂ ਸਾਨੂੰ ਦਿਖਦੀਆਂ ਨੇ, ਜੀ, ਕੁਝ ਸਾਨੂੰ ਪਰਦੇ ਪਿੱਛੇ ਹੁੰਦੀਆਂ ਨੇ ਗੱਲਾਂ। ਜਿਵੇਂ ਸਾਡਾ ਸੋਚਣ ਦਾ ਜਿਹੜਾ ਸੋਸਾਇਟੀ ਦੇ ਵਿੱਚ ਹਰ ਵਰਗ ਦਾ ਜੀ, ਜਿਹੜਾ ਸੋਚਣ ਦਾ ਤਰੀਕਾਕਾਰ ਹੈ ਉਹ ਬਦਲ ਗਿਆ। ਪਹਿਲਾਂ ਸਾਡੇ ਤੇ ਇੰਡੀਵਿਜੂਅਲ ਸੋਚ ਹੈ ਜਿਹੜੀ ਉਹ ਭਾਰੀ ਹੁੰਦੀ ਸੀ। ਹੁਣ ਅਸੀਂ ਹਰ ਚੀਜ਼ ਨੂੰ ਮਤਲਬ ਇੱਕ ਕਹਿ ਦਈਏ ਕਿ ਕਲੈਕਟਿਵ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰਤਾ ਚੀਜ਼ਾਂ ਨੂੰ। ਤਾਂ ਇਹ ਇੱਕ ਬਹੁਤ ਵੱਡਾ ਮੋੜਾ ਹੈਗਾ। ਤੇ ਖੁਸ਼ੀ ਗਮੀ ਦੇ ਸਮਾਗਮਾਂ ਦਾ ਜਿਹੜਾ ਹੈਗਾ ਮੁਹਾਂਦਰਾ ਉਹ ਵੀ ਚੇਂਜ ਹੋਇਆ। ਹੁਣ ਅਸੀਂ ਬਹੁਤ ਸਾਰੇ ਪਿਛਲੇ ਟਾਈਮਾਂ 'ਚ ਜਿਹੜੇ ਵਿਆਹ ਹੋਏ ਨੇ ਉਹਨਾਂ ਤੇ ਏਡੇ ਸਾਦੇ ਹੋਏ ਨੇ, ਸਿੰਪਲ ਹੋਏ ਨੇ। ਉਹ ਵੀ ਕਿਸਾਨ ਘੋਲ ਦਾ ਇੰਪੈਕਟ ਹੈ। ਬਹੁਤ ਸਾਰੇ ਲਾੜੇ ਦੇਖੇ ਆਪਾਂ ਕਿ ਉਹ ਕਿਸਾਨੀ ਝੰਡਾ ਲੈ ਕੇ ਚੱਲਦੇ ਨੇ। ਮੈਨੂੰ ਤਾਂ ਪਤਾ ਲੱਗਿਆ ਕਿ ਜਿਹੜੀ ਲੋਕ ਨਾਨਕ ਛਕ ਭਰਦੇ ਨੇ ਜੀ, ਤੇ ਉਹ ਵੀ ਕਹਿੰਦੇ ਵੀ ਝੰਡੇ ਲੈ ਕੇ ਨਾਲ ਜਾਂਦੇ ਹੈਗੇ ਨੇ। ਇਸ ਕਿਸਮ ਦੇ ਬਹੁਤ ਸਾਰੇ ਮੋੜੇ ਨੇ। ਔਰ ਉਸ ਤੋਂ ਵੱਡਾ ਮੋੜਾ ਇਹ ਹੈ ਕਿ ਜਿਹੜਾ ਸਾਡੇ ਸਮਾਜ ਨੂੰ ਇੱਕ ਸੋਝੀ ਆ ਜਾਣੀ, ਇੱਕ ਸਮਝ ਡਿਵੈਲਪ ਹੋਈ ਹੈ ਕਿਸਾਨ ਘੋਲ ਦੇ ਨਾਲ। ਕਿਉਂਕਿ ਅਸੀਂ ਨਿੱਤ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਸਾਡੇ ਲੀਡਰਾਂ ਦੇ ਭਾਸ਼ਣ ਸੁਣਦੇ ਹਾਂ, ਅਲੱਗ-ਅਲੱਗ ਐਂਗਲਾਂ ਦੇ ਹਰ ਵਿਚਾਰਧਾਰਾ ਦੇ ਲੋਕ ਆ ਜਿਹੜੇ ਦਾ ਨਜ਼ਰੀਆ ਦੇਖਦੇ ਹੈਗੇ ਆ। ਉਹ ਇੱਕ ਸਾਡੀ ਜਿਹੜੀ ਇੱਕ ਸਮਝ, ਕਾਮਨ ਸਮਝ ਹੈ, ਜਿਹੜੀ ਕਾਮਨ ਸੈਂਸ ਹੈ, ਉਹ ਡਿਵੈਲਪ ਹੋਈ ਹੈ ਸਾਡੀ। ਅਸੀਂ ਲੀਡਰਾਂ ਦੀ ਜਿਹੜੀ ਪੋਲੀਟਿਕਸ ਹੈ ਉਸ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਅਸੀਂ ਪਹਿਲਾਂ ਲੀਡਰਾਂ ਦੀ ਹਰ ਗੱਲ ਨੂੰ ਸੱਚ ਮੰਨ ਲੈਂਦੇ ਸੀ, ਸਾਨੂੰ ਉਹੀ ਭਗਵਾਨ ਲੱਗਦੇ ਸੀ, ਉਹੀ ਰੱਬ ਲੱਗਦੇ ਸੀ। ਹੁਣ ਸਾਡਾ ਜਿਹੜਾ ਨਜ਼ਰੀਆ ਪੋਲੀਟੀਕਲ ਪਾਰਟੀਆਂ ਪ੍ਰਤੀ, ਹਕੂਮਤ ਪ੍ਰਤੀ, ਉਹ ਚੇਂਜ ਹੋ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਇੰਪੈਕਟ ਹੈ। ਜਿਸ ਤਰ੍ਹਾਂ ਪਹਿਲਾਂ ਅਸੀਂ ਸਾਡੇ ਰੈਸ਼ਨਲ ਵੀ ਹੋਏ ਹਾਂ। ਅਸੀਂ ਪਹਿਲਾਂ ਅਸੀਂ ਦਸਵੰਧ ਕੱਢਦੇ ਸੀ ਜਦੋਂ ਵੀ ਪਿੰਡਾਂ 'ਚ ਚਾਹੇ ਸ਼ਹਿਰਾਂ 'ਚ। ਨਾਰਮਲੀ ਅਸੀਂ ਕੀ ਹੁੰਦਾ ਸੀ ਕਿ ਅਸੀਂ ਧਾਰਮਿਕ ਸਥਾਨਾਂ 'ਤੇ ਜਿਹੜਾ ਅਸੀਂ ਦਾਨ ਪੁੰਨ ਕਰਦੇ ਸੀ। ਹੁਣ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਕਿਸਾਨ ਧਿਰਾਂ ਨੂੰ ਜਿਹੜਾ ਫੰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਖੁਸ਼ੀ ਗਮੀ ਦੇ ਪ੍ਰੋਗਰਾਮਾਂ 'ਚ ਕਿਸਾਨ ਆਗੂਆਂ ਨੂੰ ਜਿਹੜੇ ਆਪਣਾ ਉਹ ਫੰਡ ਭੇਜਦੇ ਨੇ। ਕੋਈ ਸਿੰਘੂ ਭੇਜਦਾ, ਕੋਈ ਟਿਕਰੂ ਭੇਜਦਾ। ਇਸ ਕਿਸਮ ਦੇ ਹੋਰ ਵੀ ਬਹੁਤ ਸਾਰੇ ਸੋਸ਼ਲ ਇੰਪੈਕਟ ਹੈ। ਚਰਨਜੀਤ ਜੀ, ਇਹ ਤਾਂ ਉਹ ਸੀਗਾ ਵੀ ਕਿ ਕਿਸਾਨੀ ਘੋਲ ਦੇ ਜਿਹੜੇ 4 ਮਹੀਨਿਆਂ ਦੇ ਵਿੱਚ ਪ੍ਰਾਪਤੀਆਂ, ਜੇਕਰ ਗੱਲ ਕਰੀਏ ਤਾਂ ਇਹ 4 ਮਹੀਨਿਆਂ ਦੇ ਅਰਸੇ 'ਚ ਕਿਸਾਨੀ ਘੋਲ ਨੇ ਜਿਹੜਾ ਹੈ ਬਹੁਤ ਕੁਝ ਗਵਾਇਆ ਵੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕੀ ਕੁਝ ਜਿਹੜਾ ਹੈਗਾ ਕਿਸਾਨੀ ਘੋਲ ਨੇ ਗਵਾਇਆ। ਅਸਲ ਜਿੱਥੇ ਸਾਨੂੰ ਬਹੁਤ ਸਾਰੀਆਂ ਅਚੀਵਮੈਂਟਸ ਹੋਈਆਂ ਹੈ ਨਾ, ਤੇ ਇਹ ਕਿਸਾਨੀ ਘੋਲ ਦਾ ਇਹ ਦੁਖਦ ਪੱਖ ਵੀ ਰਿਹਾ ਹੈਗਾ ਪਿੱਛੇ। ਹੁਣ ਦੇਖੋ ਕਿ ਅਸੀਂ ਮੋਟਾ ਜੇ ਨਜ਼ਰੀਆ ਮਾਰੀਏ ਤਾਂ ਸਾਡੇ ਕੋਲ ਤਕਰੀਬਨ 400 ਕਿਸਾਨ ਹੈ ਜਿਹੜੇ ਉਹ ਇਸ ਅੰਦੋਲਨ ਦੇ ਦੌਰਾਨ ਜਿਹੜੇ ਫੌਤ ਹੋ ਚੁੱਕੇ ਨੇ। ਜਿਹੜੇ ਇੱਕ ਬੜੀਆਂ ਆਸਾਂ ਦੇ ਨਾਲ, ਉਮੀਦਾਂ ਦੇ ਨਾਲ, ਬੜੇ ਸੁਪਨੇ ਲੈ ਕੇ ਉਸ ਘੋਲ ਦੇ ਵਿੱਚ ਕੁੱਦੇ ਸੀ, ਦਿੱਲੀ ਦੀ ਸਰਹੱਦ ਤੇ ਪੁੱਜੇ ਸੀ। ਪਰ ਅਫਸੋਸ ਕਿ ਉਹਨਾਂ ਦੀਆਂ ਜਿਹੜੀਆਂ ਅਰਥੀਆਂ ਉਹ ਘਰਾਂ 'ਚ ਪੁੱਜੀਆਂ ਨੇ। ਮੇਰੇ ਆਪਣੇ ਪਿੰਡ ਮੰਡੀ ਕਲਾਂ ਦੀ ਜਿਹੜੀ ਕਿਸਾਨ ਮੋਰਚੇ ਦੀ ਆਪਾਂ ਪਹਿਲੀ ਸ਼ਹੀਦ ਹੈ ਜਿਹੜੀ ਮਹਿਲਾ ਬਲਵੀਰ ਕੌਰ, ਉਹ ਮੰਡੀ ਕਲਾਂ ਦੀ ਹੈ। ਉਸ ਤੋਂ ਪਹਿਲਾਂ ਇੱਕ ਨੌਜਵਾਨ ਹੈ ਜਿਹੜਾ ਖੇਤੀ ਕਰਦਾ ਸੀਗਾ, ਉਹ ਉੱਥੇ ਫੌਤ ਹੋ ਗਿਆ। ਇਸ ਤਰ੍ਹਾਂ ਬਹੁਤ ਮਾਵਾਂ ਦੇ ਪੁੱਤ ਹੈ ਜਿਹੜੇ ਇਸ ਕਿਸਾਨ ਅੰਦੋਲਨ ਦੇ ਦੌਰਾਨ ਚਲੇ ਗਏ ਨੇ। ਔਰ ਸਾਨੂੰ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਹੋਈਆਂ ਨੇ, ਤਾਂ ਉੱਥੇ ਅਫਸੋਸ ਵੀ ਹੈ ਕਿ ਸਾਡੀ ਜਿਹੜੀ ਹਕੂਮਤ ਹੈ ਉਹਨੇ ਜਿਹੜੇ 2 ਹੰਝੂ ਵੀ ਇਹਨਾਂ 400 ਲੋਕਾਂ ਦੀ ਮੌਤ ਤੇ ਉਹ ਕੇਰੇ ਨਹੀਂ, ਉਹਨਾਂ ਨੂੰ 2 ਹੰਝੂ ਨਹੀਂ ਦੇ ਸਕੇ। ਬਾਕੀ ਤਾਂ ਅਸੀਂ ਕੀ ਦੇਣਾ ਸ਼ਰਧਾਂਜਲੀ ਉਹਨਾਂ ਨੂੰ, ਕੀ ਦੇਣਾ ਸੀਗਾ। ਲੋਕਾਂ ਦੇ ਜਿਸ ਕਿਸਮ ਦੇ ਹਾਲਾਤ ਬਣੇ ਨੇ, ਜਿਸ ਤਰ੍ਹਾਂ ਲੋਕਾਂ ਦੀ ਪੰਜਾਬ ਦੀ, ਹਾਲਾਂਕਿ ਸਾਨੂੰ ਪਤਾ ਹੈ ਕਿ ਇਹ ਵੱਡਾ ਮਸਲਾ ਹੈਗਾ ਖੇਤੀ ਕਾਨੂੰਨਾਂ ਦਾ। ਇਹਨੇ ਸਾਡੀ ਖੇਤੀ ਨੂੰ ਖਤਮ ਕਰ ਦੇਣਾ, ਸਾਡੀ ਕਿਸਾਨੀ ਨੂੰ ਖਤਮ ਕਰ ਦੇਣਾ, ਸਮੁੱਚੇ ਤਬਕਿਆਂ ਤੇ ਜਿਹੜੀ ਇਹਨੇ ਸੱਟ ਮਾਰਨੀ ਹੈਗੀ ਹੈ। ਪਰ ਇਹਨਾਂ ਹਾਲਾਤਾਂ ਦੇ ਵਿੱਚ ਵੀ ਕਿਸਾਨੀ ਨੇ ਆਪਣਾ ਸਾਰਾ ਕੁਝ ਸੈਕਰੀਫਾਈ ਕੀਤਾ, ਆਪਣੀਆਂ ਖੁਸ਼ੀਆਂ, ਆਪਣੇ ਗਮ ਜਿਹੜੇ ਹੈਗੇ ਨੇ, ਆਪਣੇ ਚਾਮਲਾਰ। ਵੱਡੀ ਗੱਲ ਹੈ ਕਿ ਆਪਣੇ ਖੇਤ ਸੁੰਨੇ ਛੱਡ ਕੇ। ਕਿਸਾਨਾਂ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਕਿਸਾਨ ਤਾਂ ਆਪਣੀ ਰਿਸ਼ਤੇਦਾਰੀ 'ਚ ਇੱਕ ਰਾਤ ਵੀ ਨਹੀਂ ਕੱਟਦਾ, ਪਰ ਉਹ ਦਿੱਲੀ ਦੇ ਕਿੰਨੇ ਕਿਸਾਨ ਨੇ ਜਿਹੜੇ ਦਿੱਲੀ 'ਚ 4-4 ਮਹੀਨਿਆਂ ਤੋਂ ਉੱਥੇ ਬੈਠੇ ਹੈਗੇ ਨੇ। ਘਰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ, ਤਾਂ ਇਹ ਵੀ ਇੱਕ ਸੈਕਰੀਫਾਈ ਕੀਤਾ। ਬਹੁਤ ਚੀਜ਼ਾਂ ਜਿਹੜੀਆਂ ਸਾਨੂੰ ਦਿਖਦੀਆਂ ਨਹੀਂ, ਕਿਸਾਨਾਂ ਨੇ ਸੈਕਰੀਫਾਈ ਕੀਤਾ। ਚਾਹੇ ਇਹ ਗੱਲ ਵੱਡੀ ਹੈਗੀ ਹੈ ਕਿ ਜਦੋਂ ਖੇਤੀ ਬਚਾਉਣ ਦਾ ਮਸਲਾ ਹੈ, ਘਰ ਬਚਾਉਣ ਦਾ ਮਸਲਾ ਹੈ, ਤਾਂ ਇਹ ਜਿਹੜੀਆਂ ਕੁਰਬਾਨੀਆਂ ਨੇ ਉਹ ਛੋਟੀਆਂ ਨੇ। ਚਰਨਜੀਤ ਜੀ, ਇੱਕ ਪਾਸੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਘੋਲ ਚੱਲ ਰਿਹਾ ਤੇ ਦੂਜੇ ਪਾਸੇ ਦੇਸ਼ ਦੇ 5 ਸੂਬਿਆਂ ਦੇ ਵਿੱਚ ਚੋਣਾਂ ਵੀ ਹੋ ਰਹੀਆਂ ਨੇ, ਜਿੱਥੇ ਕਿ ਕਿਸਾਨ ਆਗੂਆਂ ਨੇ ਪ੍ਰਚਾਰ ਕੀਤਾ ਹੈ ਭਾਜਪਾ ਦੇ ਖਿਲਾਫ ਕਿ ਭਾਜਪਾ ਨੂੰ ਵੋਟ ਨਾ ਪਾਈ ਜਾਵੇ। ਇਹਨਾਂ ਚੋਣ ਨਤੀਜਿਆਂ ਦਾ ਜਿਹੜਾ ਹੈਗਾ ਕਿਸਾਨ ਅੰਦੋਲਨ ਤੇ ਕਿਸ ਤਰ੍ਹਾਂ ਦਾ ਅਸਰ ਤੁਹਾਨੂੰ ਲੱਗਦਾ ਹੈ ਕਿ ਪਏਗਾ? ਮੈਂ ਆਤਿਸ਼ ਦੇ ਵਿੱਚ, ਤੁਸੀਂ ਮੈਨੂੰ ਸਵਾਲ ਪੁੱਛਿਆ ਪਰ ਮੈਂ ਤੁਹਾਨੂੰ ਸਵਾਲ ਪੁੱਛਾਂਗਾ। ਹੁਣ ਤੁਸੀਂ ਦੇਖੋ ਕਿ ਜਿੰਨੀਆਂ ਵੀ ਆਪਾਂ ਚੋਣਾਂ ਦੇਖੀਆਂ ਹੈਗੀਆਂ ਨੇ, ਮੋਦੀ ਚਾਹੇ ਦੇਸ਼ 'ਚ ਜਾਂਦਾ ਹੈ ਚਾਹੇ ਵਿਦੇਸ਼ 'ਚ ਜਾਂਦਾ ਹੈ, ਜਦੋਂ ਵੀ ਭੀੜਾਂ ਜੁੜਦੀਆਂ ਤਾਂ ਸਾਨੂੰ ਉਸ ਭੀੜ 'ਚੋਂ ਇੱਕੋ ਆਵਾਜ਼ ਸੁਣਨ ਨੂੰ ਮਿਲਦੀ ਰਹੀ ਹੈ, ਮੋਦੀ ਮੋਦੀ। ਜੀ ਬਿਲਕੁਲ। ਤਾਂ ਇਹਨਾਂ 5 ਰਾਜਾਂ ਦੇ ਵਿੱਚ ਜਦੋਂ ਵੀ ਮੋਦੀ ਨੇ ਉੱਥੇ ਜਲਸੇ ਕੀਤੇ ਨੇ, ਤਾਂ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਤੇ ਮੋਦੀ ਮੋਦੀ ਦੀ ਆਵਾਜ਼ ਸੁਣੀ ਹੋਵੇ, ਇਹ ਨਹੀਂ ਸੁਣਨ ਨੂੰ ਮਿਲੀ। ਇਹ ਇੱਕ ਬਹੁਤ ਵੱਡੀ ਚੇਂਜ ਹੈ, ਇੱਕ ਇਸ਼ਾਰਾ ਹੈਗਾ ਸਾਨੂੰ
ਇੱਕ ਲਕੂਨਾ ਦਿਖ ਰਿਹਾ ਸਾਨੂੰ ਕਿ ਇੰਪੈਕਟ ਪਿਆ ਹੈਗਾ। ਚਾਹੇ ਸਾਡੀ ਇਹ ਸੰਯੁਕਤ ਕਿਸਾਨ ਮੋਰਚਾ ਹੈ, ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਬਿਲਕੁਲ ਨਿਰਲੇਪ ਹੈ ਔਰ ਨਿਰਪੱਖ ਹੈਗਾ। ਔਰ ਉਹਨਾਂ ਨੇ ਜਾ ਕੇ ਜੇ ਪ੍ਰਚਾਰ ਕੀਤਾ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਭਾਜਪਾ ਸਰਕਾਰ ਨੂੰ ਵੋਟ ਨਾ ਪਾਓ, ਕਿਉਂਕਿ ਇਹ ਕਿਸਾਨ ਵਿਰੋਧੀ ਹੈ, ਇਹ ਲੋਕ ਵਿਰੋਧੀ ਹੈ। ਉਹਨਾਂ ਨੇ ਕਿਸੇ ਪਾਰਟੀ ਦੀ ਹਮਾਇਤ 'ਚ ਪ੍ਰਚਾਰ ਕਿਤੇ ਨਹੀਂ ਕੀਤਾ। ਤਾਂ ਜਿੱਥੋਂ ਤੱਕ ਗੱਲ ਹੈ ਕਿ ਬਾਕੀ ਤਾਂ ਜੀ 2 ਮਈ ਨੂੰ ਰਿਜ਼ਲਟ ਆਉਣਾ ਇਹਨਾਂ ਚੋਣਾਂ ਦਾ, ਤਾਂ ਸਾਨੂੰ ਉਦੋਂ ਪਤਾ ਲੱਗੇਗਾ ਕਿ ਇਸ ਚੀਜ਼ ਦਾ ਕੀ ਇੰਪੈਕਟ ਪੈਂਦਾ ਹੈ। ਪਰ ਹੁਣ ਫਿਲਹਾਲ ਤਾਂ ਅਸੀਂ ਕਿਆਸ ਹੀ ਲਾ ਸਕਦੇ ਹਾਂ ਕਿ ਅਗਰ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ 5 ਸੂਬਿਆਂ ਦੇ ਵਿੱਚ ਉਹਨੂੰ ਇੱਕ ਵੱਡੀ ਹਾਰ ਮਿਲਦੀ ਹੈ, ਖਾਸ ਕਰਕੇ ਜਿਸ ਤਰ੍ਹਾਂ ਬੰਗਾਲ 'ਤੇ ਨਜ਼ਰਾਂ ਲੱਗੀਆਂ ਹੋਈਆਂ ਨੇ, ਜੇ ਉੱਥੇ ਹਾਰ ਮਿਲਦੀ ਹੈ ਤਾਂ ਇਹਦੇ ਨਾਲ ਜਿਹੜਾ ਕਿਸਾਨ ਮੋਰਚਾ ਹੈ ਇਹਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ। ਇੱਕ ਜਿਸ ਤਰ੍ਹਾਂ 26 ਜਨਵਰੀ ਤੋਂ ਪਹਿਲਾਂ ਵਾਲਾ ਅਸੀਂ ਰੌਂਦ ਦੇਖਣ ਨੂੰ ਮਿਲਿਆ ਕਿ ਨਾ, ਉਸ ਤਰ੍ਹਾਂ ਇਹ ਮੋਰਚਾ ਇੱਕਦਮ ਪੀਕ ਤੇ ਜਾ ਸਕਦਾ ਹੈ। ਸਰਕਾਰ ਲਈ ਇੱਕ ਵੱਡੀ ਹੋਰ ਚੁਣੌਤੀ ਖੜੀ ਕਰ ਸਕਦਾ ਹੈ ਸਰਕਾਰ ਦੇ ਸਾਹਮਣੇ। ਤਾਂ ਇਸ ਤੋਂ ਇਲਾਵਾ ਜੇ ਉੱਥੇ ਜਿੱਤਾਂ ਮਿਲਦੀਆਂ ਨੇ, ਇਹਨੂੰ ਹਾਰਾਂ ਮਿਲਦੀਆਂ ਨੇ ਆਪਣੀ ਭਾਜਪਾ ਨੂੰ, ਤਾਂ ਉਹਦੇ ਨਾਲ ਜਿਹੜੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਇੱਕ ਉਭਾਰ ਹੈ ਉਹ ਸਿਆਸੀ ਹਸਤੀ ਵੀ ਦੇ ਤੌਰ 'ਤੇ ਵੀ ਉਹਦੀ ਇੱਕ ਸਵੀਕਾਰਿਆ ਜਾਊਗਾ। ਇਹ ਵੀ ਬਹੁਤ ਵੱਡਾ ਇੰਪੈਕਟ ਹੈ। ਹਾਲਾਂਕਿ ਬੀਜੇਪੀ ਹੈ ਜਿਹੜੀ, ਉਹਨੇ ਅੰਦਰੋਂ ਅੰਦਰੀ ਤਾਂ ਆਪਣੀ ਹਾਰ ਹੈ ਜਿਹੜੀ ਮੰਨ ਵੀ ਲਈ ਹੈ। ਉਹਨਾਂ ਨੂੰ ਇਹ ਗੱਲ ਦਾ ਭਲੀ ਭਾਂਤ ਜਾਣੂ ਹੈਗੇ ਨੇ ਕਿ ਜੇ ਅਸੀਂ ਕਿਸਾਨਾਂ ਨੂੰ ਇੱਥੋਂ ਹਰਾ ਕੇ ਵੀ ਤੋਰਦੇ ਹਾਂ ਤਾਂ ਵੀ ਉਹਨਾਂ ਨੂੰ ਅੱਗੇ ਜਿਹੜਾ ਫੇਸ ਹੈ ਅਗਲਾ ਨੈਕਸਟ ਜਿਹੜਾ ਚੋਣਾਂ ਹੋਣਗੀਆਂ ਤਾਂ ਕਿਸਾਨ ਆਪਣਾ ਉਦੋਂ ਗੁੱਸਾ ਕੱਢਣਗੇ। ਬਿਲਕੁਲ। ਤੇ ਵੱਡੀ ਗੱਲ ਕੀ ਹੈ ਕਿ ਜਿਹੜਾ ਭਾਜਪਾ ਦੇ ਕੋਲੇ ਇੱਕ ਵੇਲੇ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਹੈ, ਤੇ ਨਰਿੰਦਰ ਮੋਦੀ ਦੀ ਇਮੇਜ ਹੈਗੀ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਨੇ ਇੱਕ ਬਿਲਡ ਕੀਤੀ ਵੀ ਸੋਚੀ ਸਮਝੀ। ਹੋਰ ਤਾਂ ਕੋਈ ਟੀਮ ਵਰਕ ਤਾਂ ਹੈ ਨਹੀਂ ਇਹਦੇ ਵਿੱਚ। ਦੋ ਆਦਮੀ ਹੈਗੇ ਨੇ, 2 ਆਗੂ ਨੇ ਇਹਨਾਂ ਕੋਲ, ਤੇ ਇਹ ਕਿਸਾਨ ਘੋਲ ਨੇ ਇੱਕ ਬਹੁਤ ਵੱਡਾ ਡੈਂਟ ਹੈ ਜਿਹੜਾ ਉਹ ਮੋਦੀ ਦੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਪਾਇਆ ਹੈਗਾ। ਤਾਂ ਜਦੋਂ ਰਿਜ਼ਲਟ ਆਉਣਗੇ ਬਾਕੀ ਗੱਲ ਫਿਰ ਆਪਾਂ ਬਾਅਦ 'ਚ ਕਰ ਲਵਾਂਗੇ। ਜੀ ਚਰਨਜੀਤ ਜੀ, ਹੁਣ ਜਿਹੜਾ ਡੈਡਲੌਕ ਬਣਿਆ ਹੋਇਆ, ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਇਹ ਡੈਡਲੌਕ ਤੋੜ ਕੇ ਜਿਹੜਾ ਅੱਗੇ ਆਏਗੀ, ਕਿਸਾਨਾਂ ਨਾਲ ਗੱਲਬਾਤ ਕਰੇਗੀ, ਕਿ ਇਹ ਸੰਘਰਸ਼ ਜਿਹੜਾ ਚੱਲ ਰਿਹਾ ਇਸੇ ਤਰ੍ਹਾਂ ਚੱਲਦਾ ਰਹੇਗਾ? ਦੇਖੋ, ਜਿੱਥੋਂ ਤੱਕ ਮੈਨੂੰ ਆਪਣੇ ਸਰੋਤਾਂ ਤੋਂ ਪਤਾ ਲੱਗਿਆ ਹੈਗਾ ਉਹ ਤਾਂ ਇਹੀ ਹੈਗੀ ਹੈ ਕਿ ਜਿਹੜੀ ਗੌਰਮੈਂਟ ਨੇ, ਚਾਹੇ ਬਾਹਰੀ ਤੌਰ 'ਤੇ ਸਾਨੂੰ ਇੱਕ ਤਰ੍ਹਾਂ ਦਾ ਡੈਡਲੌਕ ਦੇਖਣ ਨੂੰ ਮਿਲ ਰਿਹਾ ਹੈ, ਪਰ ਅੰਦਰੋਂ ਆਪਣੇ ਜਿਹੜੇ ਵਿਚੋਲੇ ਨੇ ਜਾਂ ਕਾਮਨਰ ਨੇ, ਉਹਨਾਂ ਦੇ ਰਾਹੀਂ ਕਿਸਾਨ ਆਗੂਆਂ ਨਾਲ ਆਪਣੀ ਗੱਲਬਾਤ ਹੈ ਜਿਹੜੀ ਲਗਾਤਾਰ ਉਹ ਜਾਰੀ ਰੱਖੀ ਹੋਈ ਹੈ। ਇਹ ਠੀਕ ਹੈ ਕਿ ਉਹਨਾਂ ਦੀ ਜਿਹੜੀ 5 ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਉਹਦੀ ਸਪੀਡ ਹੈ ਜਿਹੜੀ ਉਹ ਬੜੀ ਸਲੋ ਹੈ, ਪਰ ਅੰਦਰੋਂ ਅੰਦਰੀ ਗੱਲਬਾਤ ਚੱਲ ਰਹੀ ਹੈਗੀ ਹੈ। ਤਾਂ ਹੁਣ ਇਹ ਮਸਲਾ ਇਹ ਹੈ ਕਿ ਇਕੱਲਾ ਪੰਜਾਬ ਜਾਂ ਹਰਿਆਣੇ ਦਾ ਮਸਲਾ ਤਾਂ ਹੈ ਨਹੀਂ। ਹੁਣ ਇਹ ਜਿਹੜਾ ਭਾਰਤ ਬੰਦ ਹੋਇਆ ਸੀ ਤਾਂ 13 ਸੂਬਿਆਂ ਦੇ ਵਿੱਚ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਇਸ ਚੀਜ਼ ਦਾ ਦੇਖਣ ਨੂੰ ਮਿਲਿਆ। ਬਾਕੀ ਥਾਵਾਂ 'ਤੇ ਵੀ ਬੰਦ ਹੋਇਆ, ਪਰ 13 ਸੂਬਿਆਂ 'ਚ ਤਾਂ ਕਾਫੀ ਵੱਡੀ ਪੱਧਰ 'ਤੇ ਜਿਹੜਾ ਇਹਦਾ ਅਸਰ ਹੈ ਸਾਨੂੰ ਦੇਖਣ ਨੂੰ ਮਿਲਿਆ ਹੈਗਾ। ਪਰ ਹੁਣ ਇਹ ਸਰਕਾਰ ਕੀ ਹੈਗੀ ਹੈ ਕਿ ਜਿਹੜੇ ਦੂਸਰੇ ਆਗੂ ਨੇ, ਜਿਸ ਤਰ੍ਹਾਂ ਰਕੇਸ਼ ਟਕੈਤ ਆ ਜਾਂ ਦੂਸਰੇ ਸੂਬਿਆਂ ਦੀਆਂ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦਾ ਮਸਲਾ ਇਹ ਹੈ ਕਿ ਜੇ ਉਹਨਾਂ ਨੂੰ ਇਹ ਵੀ ਲੱਗਦਾ ਜੇ ਕਾਨੂੰਨ ਵਾਪਸ ਤੇ ਪੰਜਾਬ ਵਾਲੇ ਫੈਸਲਾ ਕਰਨ, 32 ਕਿਸਾਨ ਤੇਰਾ ਫੈਸਲਾ ਕਰਨ ਇਸ 'ਤੇ, ਉਹ ਕਹਿੰਦੇ ਨੇ ਕਿ ਸਾਡੀ MSP ਹੈ ਜਿਹੜੀ ਉਹ ਲੀਗਲਾਈਜ਼ ਹੋਣੀ ਚਾਹੀਦੀ ਹੈ। MSP ਦਾ ਵੱਡਾ ਇਸ਼ੂ ਹੈ ਜਿਹੜਾ ਲੈ ਕੇ ਆਏ ਨੇ। ਇਸ ਤਰ੍ਹਾਂ ਵੱਡਾ ਇਸ਼ੂ ਪੰਜਾਬ ਦੇ ਵਿੱਚ ਵੀ ਖੜਾ ਹੋਇਆ। ਤੁਸੀਂ ਦੇਖੀ ਹੈ ਮਲੋਟ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਬਹੁਤ ਮੰਦਭਾਗੀ ਘਟਨਾ ਹੈ। ਉਨੀ ਮੰਦਭਾਗੀ ਹੈ ਜਿੰਨੀ ਸਿੰਘੂ ਬਾਰਡਰ ਦੇ ਉੱਪਰ ਦੇਖੋ ਉੱਥੇ ਜਿਹੜੀ ਲੋਕਾਂ ਨੇ, ਪਤਾ ਨਹੀਂ ਕੌਣ ਸੀ ਅਣਪਛਾਤੇ, ਕਿ ਕਿਸਾਨਾਂ ਦੇ ਉੱਪਰ ਜਿਹੜੇ ਰੋੜੇ ਵਗੈਰਾ ਮਾਰੇ ਸੀ, ਡਲੇ ਮਾਰੇ ਸੀਗੇ ਉੱਥੇ, ਇਸ ਕਿਸਮ ਦਾ। ਤਾਂ ਜਿਹੜੇ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਹੈ ਉਹਦਾ ਆਪਣੀ ਇੱਕ ਸਿਆਸੀ ਹਸਤੀ ਦਾ ਵੀ ਸਵਾਲ ਹੈਗਾ, ਉਹਨਾਂ ਦੇ ਪੋਲੀਟੀਕਲ ਕੈਰੀਅਰ ਦਾ ਵੀ ਸਵਾਲ ਹੈ। ਠੀਕ ਹੈ, ਨੈਸ਼ਨਲ ਲੈਵਲ 'ਤੇ ਪਾਰਟੀ ਦੀ ਇੱਕ ਅਪਰੋਚ ਹੈ, ਇੱਕ ਪਹੁੰਚ ਹੈਗੀ, ਉਹਦੇ ਨਾਲ ਤੁਹਾਨੂੰ ਚੱਲਣਾ ਪੈਂਦਾ ਹੈ। ਪਰ ਪੰਜਾਬ ਦੇ ਲੋਕਾਂ ਜਿਹੜੇ ਸਟੇਕ ਮਤਲਬ ਦਾਅ 'ਤੇ ਲੱਗੀ ਵੀ ਹੈ ਕਿ ਨਾ ਪੋਲੀਟੀਕਲ ਕੈਰੀਅਰ, ਤੇ ਅੱਜ ਇੱਥੇ ਪਤਾ ਲੱਗਿਆ ਕਿ ਗਵਰਨਰ ਨੂੰ ਵੀ ਜਿਹੜੇ ਮਲੋਟ ਵਾਲੀ ਘਟਨਾ ਤੋਂ ਬਾਅਦ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲੀ ਹੈ। ਤਾਂ ਚੰਗੀ ਗੱਲ ਹੈ ਕਿ ਇਹ ਨਹੀਂ ਕਿ ਰਾਤੋਂ ਰਾਤ ਇਸ ਕਿਸਮ ਦੇ ਹਾਲਾਤ ਮਲੋਟ ਵਰਗੇ ਬਣ ਗਏ ਹੈਗੇ ਨੇ। ਇਹਦੇ ਲਈ ਇੱਕ ਪ੍ਰੋਪਰ ਕੜੀ ਹੈ, ਕੌਣ ਜ਼ਿੰਮੇਵਾਰ ਹੈ ਇਹ ਦੇਖਣਾ ਪਏਗਾ। ਹਾਲਾਤ ਕਿਸ ਨੇ ਪੈਦਾ ਕੀਤੇ, ਕਿਸ ਨੇ ਬਣਾਏ ਇਹ ਹਾਲਾਤ, ਕਿਹਨੇ ਮਤਲਬ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਹਾਲਾਤਾਂ ਨੂੰ। ਤਾਂ ਸਾਡੀ ਸੈਂਟਰਲ ਸਰਕਾਰ ਨੂੰ ਇਹ ਲੱਗਦਾ ਕਿ ਇਹਨਾਂ ਲੋਕਾਂ ਨੂੰ ਅਸੀਂ ਇੱਦਾਂ ਹੀ ਦਮੋਂ ਕੱਢ ਲਵਾਂਗੇ। ਤਾਂ ਲੋੜ ਇਸ ਵੇਲੇ ਇਹ ਹੈ ਕਿ ਜਿਹੜੀ ਚੁੱਪ ਦੀਆਂ ਕੰਧਾਂ ਉਸਾਰੀਆਂ ਨੇ ਉਹਨਾਂ ਨੂੰ ਤੋੜਨ ਦੀ ਲੋੜ ਹੈ। ਹੁਣ ਤਾਂ ਪੁਲ ਉਸਾਰਨ ਦੀ ਲੋੜ ਹੈਗੀ ਹੈ। ਇਹ ਨਹੀਂ ਕਿ ਤੁਸੀਂ ਡਰਾ ਕੇ ਜਾਂ ਹੰਭਾ ਕੇ ਜਾਂ ਥਕਾ ਕੇ ਅੰਦੋਲਨ ਨੂੰ ਜਿਹੜਾ ਤੁਸੀਂ ਫਿੱਕਾ ਪਾ ਦਿਓਗੇ ਜਾਂ ਕਿਸਾਨਾਂ ਨੂੰ ਵਾਪਸ ਕਰ ਦਾਂਗੇ। ਉਹ ਜਿਵੇਂ ਕਹਿੰਦੇ ਹੁੰਦੇ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ, ਪਰ ਜਿਹੜੀ ਬਹਾਰ ਹੈ ਉਹਨੂੰ ਆਉਣ ਤੋਂ ਨਹੀਂ ਰੋਕ ਸਕਦੇ। ਥੈਂਕ ਯੂ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।